ਐਨ ਉਹਦੀ ਜਿਹੜੀ ਟੁਕਰੀ ਹੋਏਗੀ ਬਰੀਕ ਹੋਏਗੀ ਪਤਲੀ ਹੋਏਗੀ ਇਹਦਾ ਕੋਲੂ ਦੀ ਖਲ ਦੇ ਢੇਲਾ ਮੋਟਾ ਜ਼ਿਆਦਾ ਵੱਡਾ ਹੋਏਗਾ। अस्सलाम वालेकुम। वालेकुम सलाम। भाईजान की हाल चाल है? अल्हम्दुलिल्लाह अल्लाह का शुक्र है। भाईजान की नाम अपना? अफजाल कुरैशी। अफजाल साहब माशाल्लाह कोलू की खाल का काम किन्ने अरसे तो कर रहे हो? भाजी कोई 50 साल तो करने 50 साल तो? हाँ जी। किस तरह की कहानी तैयार करते हो कोलू? भाजी 12 किलो सरों होंदी है। अच्छा। ते ਉਹਦੇ ਵਿੱਚੋਂ ਤੇਲ ਨਿਕਲਦਾ 3 ਕਿਲੋ। अच्छा। ਬਕਾਇਆ ਜਿਹੜਾ ਨਾ ਸਰੋਂ ਨਿਕਲਦੀ ਹੈ ਖਾਲੀ ਨਿਕਲਦੀ ਹੈ ਵਿੱਚੋਂ। अच्छा। हाँ जी। ਤੁਸੀਂ ਢੇਲੇ ਦੀ ਖਾਲ ਸੇਲ ਕਰਦੇ ਹੋ ਜਾਂ ਚੂਰਾ ਖਾਲ? ਢੇਲੇ ਦੀ। ਜ਼ਿਮੀਂਦਾਰ ਲੋਕ ਕਹਿੰਦੇ ਨੇ ਕਿ ਢੇਲੇ ਦੀ ਖਾਲ ਚੰਗੀ ਹੈ ਚੂਰਾ ਖਾਲ ਨਾਲੋਂ, ਹਾਂਜੀ ਬੜੇਵਿਆਂ ਦੀ ਖਾਲ ਨਾਲੋਂ, ਬਾਕੀ ਮੰਡਿਆਂ ਨਾਲੋਂ। ਤੁਹਾਡਾ ਕੀ ਕਹਿਣਾ ਹੈ ਕੀ ਇਹਦੇ ਚ ਵਾਧਾ ਕਿਉਂ ਚੰਗੀ? ਭਾਜੀ ਇਹ ਦੁੱਧ ਵਾਸਤੇ ਵੀ ਅੱਛੀ ਹੈ ਤੇ ਵੈਸੇ ਗਰਮੀਆਂ ਦੇ ਵਿੱਚ ਜਿਹੜੀਆਂ ਗਾਈਆਂ ਨੇ ਇਹਨਾਂ ਵਾਸਤੇ ਬਲੈਤਨਾ ਤੇ ਆਸਟ੍ਰੇਲੀਅਨ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਆ ਚੰਗੀ ਚੀਜ਼ ਹੈ। ਅੱਛਾ। ਹਾਂਜੀ। यानी ਆਸਟ੍ਰੇਲੀਅਨ ਗਾਈਆਂ ਨੂੰ ਖਾਲ ਪਾਈਏ ਤੇ ਉਹ ਹੀਟ ਨਹੀਂ ਕਰਦੀਆਂ? ਨਹੀਂ ਕਰਦੀ। ਤੁਹਾਂ ਰੱਖੀ ਕੋਈ ਆਸਟ੍ਰੇਲੀਅਨ ਗਾਂ? ਹਾਂਜੀ। ਉਹਨੂੰ ਕਿੰਨੀ ਖਾਲ ਪਾਉਂਦੇ ਹੋ ਰੋਜ਼ਾਨਾ? ਉਹਨੂੰ 2 ਕਿਲੋ ਪਾਈ ਦੀ। 2 ਕਿਲੋ ਖਾਲ ਕਿਸ ਤਰ੍ਹਾਂ ਪਾਉਂਦੇ ਹੋ? ਭਿਉਂ ਕੇ। ਭਿਉਂ ਕੇ? ਹਾਂਜੀ। ਤੇ ਫਿਰ ਉਹ ਗਰਮੀਆਂ 'ਚ ਗਰਮੀ ਨਹੀਂ ਕਰਦੀ? ਨਹੀਂ ਕਰਦੀ। ਬੜੀ ਗੱਲ ਤੁਹਾਂ ਸਨਾਹੜੀ ਲੋਕ ਕਹਿੰਦੇ ਨੇ ਆਸਟ੍ਰੇਲੀਅਨ ਗਾਈਆਂ ਇਸ ਇਲਾਕੇ 'ਚ ਪਾਲੀਆਂ ਨਹੀਂ ਜਾ ਸਕਦੀਆਂ। ਭਾਜੀ ਕਿਉਂ ਨਹੀਂ ਪਾਲੀਆਂ ਜਾਂਦੀਆਂ? ਸੇਵਾ ਕਰਨੀ ਚਾਹੀਦੀ ਹੈ, ਸਾਰ ਸ਼ੈ ਪਲ ਜਾਂਦੀ ਹੈ। ਹਰ ਸ਼ੈ ਪਲ ਜਾਂਦੀ ਹੈ। ਹਾਂਜੀ। ਯਾਨੀ ਆਸਟ੍ਰੇਲੀਅਨ ਗਾਈਆਂ ਨੂੰ ਅਗਰ ਇੱਥੇ ਰੱਖਣਾ ਚਾਹੁੰਦੇ ਤਾਂ ਉਹਦਾ ਹੱਲ ਕੋਲੂ ਦੀ ਖਾਲ ਹੈ? ਕੋਲੂ ਦੀ ਖਾਲ ਹੈ, ਵੇਸਣ ਦਾ ਪਾਣੀ ਹੈ, ਸ਼ੱਕਰ ਹੈ, ਇਹ ਚੀਜ਼ਾਂ ਪਾ ਕੇ ਉਹਨੂੰ ਉੱਠਣੀ ਹੈ ਰੱਖਣਾ। ਅੱਛਾ। ਹਾਂਜੀ। ਤੇ ਕੋਲੂ ਦੀ ਖਾਲ ਕਿਸ ਰੇਟ ਤੋਂ ਸੇਲ ਕਰਦੇ ਹੋ? ਇਹ 3000 ਤੋਂ ਮੰਨ। 3000 ਤੋਂ ਮੰਨ? ਹਾਂਜੀ। ਇਲਾਕਾ ਕਿਹੜਾ ਹੈ? ਬੜਿਆਣਾ। ਤੁਹਾਡਾ ਨਾਮ ਕੀ ਹੈ? ਅਫਜ਼ਾਲ ਕੁਰੈਸ਼ੀ। ਅਫਜ਼ਾਲ ਸਾਹਿਬ ਤੁਸੀਂ ਪਹਿਲੇ ਵੀ ਦੱਸਿਆ ਸੀ ਤੇ ਅਗਰ ਕਿਸੇ ਨੇ ਖਰੀਦਣੀ ਹੋਵੇ ਤਾਂ ਇੱਥੇ ਆ ਕੇ ਲੈ ਜਾਓ। ਹਾਂਜੀ। ਠੀਕ ਹੈ। ਅੱਛਾ ਇਹ ਦੱਸੋ ਕਿ ਇਹ ਜੀ ਤੁਸੀਂ ਸਰੋਂ ਇਹ ਤੁਸੀਂ ਆਪ ਹੀ ਬੀਜਦੇ ਜਾਂ ਮੁੱਲ ਲੈਂਦੇ? ਇਹ ਭਾਵੇਂ ਖਰੀਦੀ ਦੀ ਹੈ। ਕਿਸ ਰੇਟ ਤੁਹਾਨੂੰ ਮਿਲ ਜਾਂਦੀ? ਇਹ ਮਿਲ ਜਾਂਦੀ ਹੈ ਮੈਂ ਨਾ 4000 ਤੋਂ ਮੰਨ। ਸਿਰਫ ਸਰੋਂ ਸੁੱਕੀ? ਹਾਂਜੀ। ਤੇ ਮਨ ਤੇ ਸਰੋਂ ਚੋਂ ਕਿੰਨਾ ਤੇਲ ਨਿਕਲਦਾ ਹੈ? 3 ਕਿਲੋ। ਤੇ ਨਹੀਂ ਮਨ ਸਰੋਂ ਚੋਂ ਨਿਕਲਦਾ ਹੈ 12 ਕਿਲੋ ਤੇਲ। 12 ਕਿਲੋ? ਹਾਂਜੀ। ਤੇ ਜੇ ਮਸ਼ੀਨ ਨਾਲ ਤੇਲ ਕਢਾਇਆ ਜਾਏ ਫਿਰ ਕਿੰਨਾ ਨਿਕਲਦਾ ਹੈ? ਤੇ ਜ਼ਿਆਦਾ ਨਿਕਲਦਾ। ਕਿੰਨਾ ਕੁ? ਕੋਈ 2 ਕਿਲੋ ਦਾ ਫਰਕ ਪੈ ਜਾਂਦਾ। ਯਾਨੀ ਮਨ ਦੇ ਪਿੱਛੇ 2 ਕਿਲੋ ਤੇਲ ਦਾ ਫਰਕ ਪੈ ਜਾਂਦਾ ਮਸ਼ੀਨ ਦੇ ਜ਼ਰੀਏ? ਹਾਂਜੀ। ਤੇ ਕੋਲੂ ਦੇ ਵਿੱਚ ਉਹ 2 ਕਿਲੋ ਤੇਲ ਖਾਲ ਦੇ ਵਿੱਚ ਮਿਕਸ ਰਹਿੰਦਾ ਹੈ? ਹਾਂਜੀ। ਅਸਲ 'ਚ ਤੇ ਫਾਇਦਾ ਫਿਰ ਤੇਲ ਦਾ ਹੋਇਆ। ਤੇਲ ਦਾ ਹੋਇਆ। ਤੇਲ ਦੇ ਹੋਰ ਕੀ ਅਸਰਾਤ ਹੁੰਦੇ ਨੇ ਜਾਨਵਰ ਤੇ? ਇਹਦੇ ਚ ਡੰਗਰ ਚਕਨਾਹਟ ਰਹਿੰਦੀ ਹੈ, ਡੰਗਰ ਖੁਸ਼ਕ ਨਹੀਂ ਹੁੰਦਾ ਹੈ। ਇਹਦੀ ਵਜ੍ਹਾ ਨਾਲ ਜਿਹੜਾ ਨਾ ਡੰਗਰ ਜਿਹੜਾ ਨਾ ਤਰ ਰਹਿੰਦਾ। ਅੱਛਾ। ਉਹਦੀ ਵਜ੍ਹਾ ਨਾਲ ਜਿਹੜਾ ਦੁੱਧ ਸ਼ੁੱਧ ਜ਼ਿਆਦਾ ਦਿੰਦਾ। ਸਾਲ ਦੇ ਕਿੰਨੇ ਮਹੀਨੇ ਕੋਲੂ ਦੀ ਖਾਲ ਇਸਤੇਮਾਲ ਕਰਨੀ ਚਾਹੀਦੀ ਹੈ? ਇਹ ਸਿਰਫ ਜਿਹੜਾ ਸਿਆਲ ਨਹੀਂ ਕਰਨੀ ਚਾਹੀਦਾ, ਕੋਈ ਸਿਆਲ ਚੇਤਰ ਦੇ ਵਿੱਚ ਸ਼ੁਰੂ ਕਰ ਦਿਓ। ਅੱਜ ਕੱਲ੍ਹ? ਹਾਂਜੀ। ਤੇ ਕਿਹੜੇ ਮਹੀਨੇ ਤੱਕ? ਇਹ ਜਿੰਨੀਆਂ ਗਰਮੀਆਂ ਨੇ ਉਹਨਾਂ ਚਿਰ ਯਾਨੀ ਮਾਰਚ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ? ਹਾਂਜੀ। ਕੋਲੂ ਦੀ 2 ਕਿਲੋ ਖਾਲ ਲਗਾਉਣਾ? ਹਾਂਜੀ। ਤੇ ਜਦੋਂ ਗਰਮੀ ਬਹੁਤੀ ਸ਼ਦੀਦ ਹੋਏ ਉਦੋਂ? ਇੰਨੀ ਵੀ ਪਾਈ ਜਾਓ, ਜ਼ਿਆਦਾ ਪਾਣੀ ਜ਼ਿਆਦਾ ਪਾ ਲਓ ਤੇ ਠੀਕ ਰਹੇਗਾ ਜਾਨਵਰ? ਹਾਂਜੀ। ਮੱਝਾਂ ਨੂੰ ਪਾਈਏ ਤਾਂ ਉਹਨਾਂ ਨੂੰ ਕੀ ਫਾਇਦਾ? ਮੱਝਾਂ ਨੂੰ ਵੀ ਫਾਇਦਾ ਹੋਵੇ ਇਹਦਾ। ਮੱਝਾਂ ਨਾਲ ਤੇ ਵੀ ਠੀਕ ਹੈ। ਇਹਨਾਂ ਦੁੱਧ ਵੱਧਦੀਆਂ ਨੇ? ਹਾਂਜੀ। ਕਿੰਨਾ ਕੁ ਫਰਕ ਪੈ ਜਾਂਦਾ ਦੁੱਧ 'ਚ? ਦੁੱਧ 'ਚ ਘੱਟ ਤੋਂ ਘੱਟ 2-3 ਕਿਲੋ ਦਾ ਫਰਕ ਪੈ ਜਾਂਦਾ। ਅੱਛਾ ਪਿਆਰੇ ਭਾਈ ਇਹ ਦੱਸੋ ਕਿ ਜਿਹੜੀ ਮਸ਼ੀਨੀ ਖਾਲ ਹੁੰਦੀ ਹੈ ਹਾਂਜੀ ਤੇ ਜਿਹੜੀ ਕੋਲੂ ਦੀ ਖਾਲ ਹੈ ਹਾਂਜੀ ਇਹ ਦੋਵਾਂ ਵਿੱਚ ਕੀ ਫਰਕ ਹੈ? ਭੈਣ ਉਹਦੀ ਜਿਹੜੀ ਟੁਕਰੀ ਹੋਏਗੀ ਬਰੀਕ ਹੋਏਗੀ ਪਤਲੀ ਹੋਏਗੀ, ਇਹਦਾ ਕੋਲੂ ਦੀ ਖਲ ਦੇ ਢੇਲਾ ਮੋਟਾ ਜ਼ਿਆਦਾ ਵੱਡਾ ਹੋਏਗਾ। ਅੱਛਾ। ਹਾਂਜੀ। ਤੇ ਫਾਇਦਾ ਉਹ ਜਿਹੜੀ ਮਸ਼ੀਨੀ ਖਾਲ ਹੈ ਉਹ ਜਿਹੜੀ ਤਿਆਰ ਹੁੰਦੀ ਹੈ ਉਹਦਾ ਜ਼ਿਆਦਾ ਹੈ ਜਾਂ ਇਹਦਾ ਜ਼ਿਆਦਾ? ਇਹਦਾ ਜ਼ਿਆਦਾ, ਇਹਦੇ ਵਿੱਚ ਤੇਲ ਰਹਿੰਦਾ, ਉਹਦੇ ਵਿੱਚ ਤੇਲ ਨਹੀਂ ਰਹਿੰਦਾ। ਅੱਛਾ। ਹਾਂਜੀ। ਉਹ ਜਿਹੜੀ ਖਾਲ ਹੈ ਉਹਦੇ ਵਿੱਚ ਬਿਲਕੁਲ ਤੇਲ ਨਹੀਂ ਰਹਿੰਦਾ? ਬਿਲਕੁਲ ਤੇਲ ਨਹੀਂ ਹੁੰਦਾ, ਖਤਮ ਹੋਇਆ ਹੁੰਦਾ। ਅੱਛਾ। ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ 12 ਕਿਲੋ ਦੀ ਤੁਸੀਂ ਕਹਾਣੀ ਕਰਦੇ ਹੋ ਉਹਦੇ ਵਿੱਚੋਂ 3 ਕਿਲੋ ਤੇ ਤੁਹਾਨੂੰ ਤੇਲ ਮਿਲ ਜਾਂਦਾ ਹੈ ਤੇ ਇਸ ਤੋਂ ਇਲਾਵਾ ਖਾਲ ਕਿੰਨੇ ਕਿਲੋ ਮਿਲਦੀ ਹੈ? ਖਾਲ ਮਿਲ ਜਾਂਦੀ ਹੈ ਮੈਂ ਨਾ ਕੋਈ 5 ਕਿਲੋ 6 ਕਿਲੋ ਨਿਕਲਦਾ। 5-6 ਕਿਲੋ? ਤੇ ਉਹਦੇ ਅੰਦਰ ਕੋਈ ਤੇਲ ਸ਼ਾਮਲ ਹੁੰਦਾ ਹੈ? ਹਾਂਜੀ। ਕਿੰਨੇ ਕੁ % ਤੇਲ ਸ਼ਾਮਲ ਹੁੰਦਾ ਹੈ? ਤੁਸੀਂ ਇਹ ਕੋਲੂ ਜਿਹੜਾ ਮਸ਼ੀਨੀ ਕੋਲੂ ਤੇ ਕੱਢੋਗੇ ਨਾ ਤੁਹਾਡਾ 5 ਕਿਲੋ ਨਿਕਲੇਗਾ ਜਾਂ 4.5 ਕਿਲੋ ਨਿਕਲੇਗਾ, ਇੰਨਾ ਨਿਕਲੇਗਾ, ਇੰਨਾ ਫਰਕ ਰਹਿ ਜਾਂਦਾ। ਅੱਛਾ। ਹਾਂਜੀ। ਬੜੇਵਿਆਂ ਦੀ ਖਾਲ ਔਰ ਕੋਲੂ ਦੀ ਖਾਲ 'ਚ ਕਿਹੜਾ ਬਿਹਤਰ ਹੈ? ਕੋਲੂ ਦੀ ਖਾਲ ਜਿਹੜੀ ਇਹ ਗਰਮੀਆਂ ਦੇ ਵਿੱਚ ਅੱਛੀ ਹੈ, ਜਿਹੜੀ ਇਹ ਬੜੇਵਿਆਂ ਦੀ ਖਾਲ ਉਹ ਗਰਮੀਆਂ ਸਿਆਲ ਵਾਸਤੇ ਅੱਛੀ ਹੈ। ਅੱਛਾ। ਹਾਂਜੀ। ਦੁੱਧ ਕਿੰਨਾ ਬਹੁਤਾ ਜਾਨਵਰ ਦਿੰਦਾ ਹੈ? ਦੁੱਧ ਜਿਹੜੇ ਵੜੇਵਿਆਂ ਦੀ ਖਾਲ ਜਿਹੜੀ ਸਿਆਲ ਦੇ ਵਿੱਚ ਇਸਤੇਮਾਲ ਕਰੀਏ ਉਹਦੇ ਜ਼ਿਆਦਾ ਹੈ। ਅੱਛਾ। ਤੇ ਜਿਹੜੇ ਗਰਮੀਆਂ ਦੇ ਵਿੱਚ ਜਿਹੜੀ ਇਹ ਕੋਲੂ ਦੀ ਜਿਹੜੀ ਵੜੇਵਿਆਂ ਦੀ ਖਾਲ ਪਾਈਏ ਤੇ ਉਹਦੇ ਨਾਲ ਜਾਨਵਰ ਗਰਮੀ ਕਰਦਾ ਹੈ ਤੇ ਖੁਸ਼ਕ ਹੋ ਜਾਂਦਾ, ਫਿਰ ਦੁੱਧ ਵੀ ਘਟ ਜਾਂਦਾ। ਕਿਹੜੀ ਖਾਲ ਨਾਲ ਜਾਨਵਰ ਨਰਮ ਰਹਿੰਦਾ ਔਰ ਉਹਨੂੰ ਕਬਜ਼ ਵਗੈਰਾ ਨਹੀਂ ਹੁੰਦੀ? ਸਰੋਂ ਦੀ ਤੇਲ। ਸਰੋਂ ਨਾਲ? ਹਾਂਜੀ। ਕਿਆ ਇਹ ਦਿਗਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ? ਹਾਂਜੀ। ਕਿਹੜੀ ਬਿਮਾਰੀ ਤੋਂ? ਇਹ ਜ਼ਹਿਰਬਾਦ ਤੋਂ, ਹੋਰ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨੇ ਮਤਲਬ ਖੁਸ਼ਕੀ ਹੋ ਜਾਂਦੀ ਹੈ ਡੰਗਰ ਨੂੰ, ਉਹਦੇ ਤੋਂ ਵੀ, ਖਾਰਸ਼ ਤੋਂ ਵੀ ਡੰਗਰ ਜਿਹੜਾ ਨਾ ਬਚਿਆ ਰਹਿੰਦਾ। ਯਾਨੀ ਸਰੋਂ ਦਾ ਤੇਲ ਖੁਸ਼ਕੀ ਤੋਂ ਵੀ ਬਚਾਉਂਦਾ ਹੈ ਤੇ ਇਹਦਾ ਮਤਲਬ ਕਈ ਬਾਰ ਜਾਨਵਰ ਖੁਸ਼ਕੀ ਤੋਂ ਵੀ ਪਿੱਛਾ ਨਿਕਲਦਾ ਹੈ, ਉਹਨਾਂ ਦਾ ਵੀ ਫਾਇਦਾ? ਉਹਦੇ ਵਾਸਤੇ ਹੀ ਫਾਇਦੇਮੰਦ, ਪਿੱਛੇ ਤੋਂ ਹੀ ਬਚਾਉਂਦਾ ਹੈ। ਪਿੱਛੇ ਤੋਂ। ਅੱਛਾ ਭਾਈ ਇਹ ਦੱਸੋ ਅਗਰ ਇੱਕ ਜਾਨਵਰ 10 ਕਿਲੋ ਦੁੱਧ ਦੇ ਰਿਹਾ ਹੈ ਹਾਂਜੀ ਉਹਨੂੰ ਰੋਜ਼ਾਨਾ ਦੀ ਕਿੰਨੇ ਕਿਲੋ ਖਲ ਪਾਈਏ ਤੇ ਬਿਹਤਰ ਹੈ? ਉਹਨੂੰ ਭੈਣ ਤੁਸੀਂ ਇਹ 2 ਕਿਲੋ ਖਾਲ ਵੀ ਪੈ ਜਾਣਾ, ਕਿਲੋ ਉਸਲੇ ਤੇ ਫਿਰ ਮਸਲਾ ਦੁੱਧ ਜ਼ਿਆਦਾ ਦੇਗਾ। ਅੱਛਾ। ਹਾਂਜੀ। ਉਹਦਾ ਰਿਜ਼ਲਟ ਅੱਛਾ ਹੈ? ਹਾਂਜੀ। ਠੀਕ ਹੈ। ਤੇ ਅਗਰ ਕਿਸੇ ਦੋਸਤ ਨੇ ਤੁਹਾਡੇ ਕੋਲੋਂ ਸਰੋਂ ਦਾ ਤੇਲ ਵੀ ਲੈਣਾ ਹੋਏ ਉਹ ਵੀ ਦਸਤਿਆਬ ਹੈ? ਹਾਂਜੀ, ਹਰ ਸ਼ਹਿਰ। ठीक है सर, बहुत शुक्रिया सर।